ਜਿਹੜਾ ਵਿਧਾਨ ਸਭਾ ਦੇ ਅੰਦਰ ਪਾਸ ਕੀਤਾ ਪ੍ਰਸਤਾਵ ਇਹਨਾਂ ਖੇਤੀ ਸੁਧਾਰ ਆਰਡੀਨੈਂਸਾਂ ਨੂੰ ਰੱਦ ਕਰਨ ਲਈ ਉਹਦੀ ਕਾਪੀ ਲੋਕ ਸਭਾ ਤੇ ਰਾਜ ਸਭਾ ਨੂੰ ਭੇਜੀ ਜਾਣੀ ਹੈ। ਕਾਪੀ ਭੇਜਣ ਨਾਲ ਕੁਝ ਨਹੀਂ ਬਣਨਾ। ਕਿਸਾਨ ਨਾ ਬਚਿਆ, ਖੇਤ ਮਜ਼ਦੂਰ ਨਾ ਬਚਿਆ ਤੇ ਸਮਝ ਲਓ ਸਾਡੇ ਸੂਬੇ ਦੀ ਆਰਥਿਕਤਾ ਖਤਮ ਹੋ ਜਾਣੀ। ਬਾਦਲ ਬੇਸ਼ੱਕ ਗੁੰਮਰਾਹ ਕਰ ਰਹੇ ਆ ਲੋਕਾਂ ਨੂੰ, ਪਰ ਅਸਲੀਅਤ ਤੋਂ ਜਾਣੂ ਹੈਗੇ ਆ ਕਿ ਜੇ ਖੇਤੀ ਸੁਧਾਰ ਆਰਡੀਨੈਂਸ ਲਾਗੂ ਹੋ ਗਏ ਤੇ 5-7 ਸਾਲਾਂ ਦੇ ਵਿੱਚ ਪੰਜਾਬ ਦਾ ਕਿਸਾਨ ਬੇਜ਼ਮੀਨਾ ਹੋ ਜਾਣਾ। ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਅਸੀਂ ਬਿਲਕੁਲ ਤੁਹਾਡੇ ਨਾਲ ਆ। ਤੁਸੀਂ ਇਹ ਨਾ ਸਮਝੋ ਵੀ ਅਸੀਂ ਕੋਈ ਰਾਜਨੀਤੀ ਕਰ ਰਹੇ ਹਾਂ ਦੋਸਤੋ। ਇਹਦੇ ਤੇ ਲੋਕ ਇਨਸਾਫ ਪਾਰਟੀ ਸਿਮਰਜੀਤ ਸਿੰਘ ਬੈਂਸ ਕਦੇ ਇਸ ਮੁੱਦੇ ਦੇ ਉੱਤੇ ਰਾਜਨੀਤੀ ਨਹੀਂ, ਜਿਹੜਾ ਪੰਜਾਬ ਦੇ ਸੂਬੇ ਦੇ ਨਾਲ ਜੁੜਿਆ ਹੋਵੇ। ਰਾਜਨੀਤੀ ਕਰਨ ਵਾਸਤੇ ਹੋਰ ਬੜੇ ਮੁੱਦੇ ਪਏ ਆ। ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਕਿਸਾਨ ਸੜਕਾਂ ਤੇ ਉਤਰ ਰਹੇ ਨੇ। ਕਿਸਾਨਾਂ ਦਾ ਗੁੱਸਾ ਮੋਦੀ ਸਰਕਾਰ ਤੇ ਜਵਾਲਾਮੁਖੀ ਦੇ ਲਾਵੇ ਵਾਂਗੂ ਫੁੱਟਦਾ ਨਜ਼ਰ ਆ ਰਿਹਾ ਹੈ ਕਿ ਪੰਜਾਬ ਕੀ ਹਰਿਆਣਾ ਖੇਤੀ ਆਰਡੀਨੈਂਸਾਂ ਦੇ ਵਿਰੋਧ 'ਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਧਰ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਬੈਂਸ ਨੇ ਕਿਹਾ ਹੈ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਤੇ ਜੇਕਰ ਖੇਤੀ ਆਰਡੀਨੈਂਸਾਂ ਨੂੰ ਲਾਗੂ ਕਰ ਦਿੱਤਾ ਜਾਂਦਾ ਹੈ ਤਾਂ ਪੰਜਾਬ ਦੇ ਕਿਸਾਨ ਮਜ਼ਦੂਰਾਂ ਦਾ ਕਾਫੀ ਨੁਕਸਾਨ ਹੋਵੇਗਾ। ਇੱਥੋਂ ਤੱਕ ਕਿ ਪੰਜਾਬ ਦੀ ਆਰਥਿਕਤਾ ਵੀ ਖਤਮ ਹੋ ਜਾਵੇਗੀ। ਖੇਤੀਬਾੜੀ ਸੁਧਾਰ ਆਰਡੀਨੈਂਸਾਂ ਨੂੰ ਰੱਦ ਕਰਨ ਦੇ ਵਿਰੋਧ ਦੇ ਵਿੱਚ ਗੱਲ ਬਣੀ ਨਹੀਂ ਹਜੇ। ਬਹੁਤ ਸਾਰੇ ਦੋਸਤ ਪੁੱਛਦੇ ਆ ਵੀ ਵਿਧਾਨ ਸਭਾ ਦੇ ਅੰਦਰ ਇਹ ਪਾਸ ਹੋ ਗਿਆ ਤੇ ਗੱਲ ਬਣ ਗਈ। ਗੱਲ ਬਣੀ ਨਹੀਂ। ਡਾਕਟਰ ਭੀਮ ਰਾਓ ਅੰਬੇਦਕਰ ਸਾਹਿਬ ਸਾਡੇ ਇਸ ਸੰਘੀ ਢਾਂਚਾ ਮੁਲਕ ਨੂੰ ਚਲਾਉਣ ਵਾਸਤੇ ਇੱਕ ਸੰਵਿਧਾਨ ਦੇ ਕੇ ਗਏ ਆ। ਕੇਂਦਰ ਦੀਆਂ ਸ਼ਕਤੀਆਂ ਤੇ ਰਾਜਾਂ ਦੀਆਂ ਸ਼ਕਤੀਆਂ ਵੰਡ ਕਰਕੇ ਗਏ ਕਿ ਕਿਤੇ ਕੋਈ ਕੰਟਰੋਵਰਸੀ ਪੈਦਾ ਹੋ ਕੇ ਸੰਘੀ ਨਿਜ਼ਾਮ ਨੂੰ ਕਮਜ਼ੋਰ ਨਾ ਕਰ ਜਾਵੇ। ਫੈਡਰਲਿਜ਼ਮ ਸਾਡਾ ਮਜ਼ਬੂਤ ਕਰਨ ਵਾਸਤੇ ਉਹ 7ਵੇਂ ਸ਼ਡਿਊਲ ਦੀ 14ਵੀਂ ਐਂਟਰੀ ਦੋਸਤੋ ਪੜੋਗੇ ਤੇ ਐਗਰੀਕਲਚਰ ਖੇਤੀਬਾੜੀ ਸੂਬਿਆਂ ਦਾ ਅਧਿਕਾਰ ਖੇਤਰ ਕਾਨੂੰਨ ਬਣਾਉਣ ਦਾ। ਖੇਤੀ ਉਪਜ ਮਤਲਬ ਕਿ ਕਣਕ ਚਾਵਲ ਜਿਹੜੀ ਵੀ ਖੇਤੀ ਦੀ ਉਪਜ ਹੈਗੀ ਉਹਦਾ ਮੰਡੀਕਰਨ 26ਵੀਂ ਐਂਟਰੀ ਹੈਗੀ ਆ 7ਵੇਂ ਸ਼ਡਿਊਲ ਦੀ। ਮੰਡੀਕਰਨ ਟੋਟਲ ਸੂਬਾ ਸਰਕਾਰਾਂ ਦੇ ਕੋਲੇ ਆ, ਕੇਂਦਰ ਦੇ ਕੋਲੇ ਨਹੀਂ। ਹੁਣ ਕੇਂਦਰ ਦੀ ਸਰਕਾਰ ਨੇ ਖੇਤੀ ਸੁਧਾਰ ਆਰਡੀਨੈਂਸ ਕਰੋਨਾ ਦੀ ਆੜ ਦੇ ਵਿੱਚ, ਕਰੋਨਾ ਦੀ ਆੜ ਤੇ ਬੜਾ ਕੁਝ ਹੋ ਰਿਹਾ। ਕਰੋਨਾ ਦੀ ਆੜ ਦੇ ਵਿੱਚ ਵੀ ਹੁਣ ਕੋਈ ਸਟਰਗਲ ਨਹੀਂ ਹੋਏਗਾ, ਕੋਈ ਸਾਡਾ ਵਿਰੋਧ ਨਹੀਂ ਕਰੇਗਾ। ਆਰਡੀਨੈਂਸ ਲੈ ਹੁਣ ਲੋਕ ਸਭਾ ਤੇ ਰਾਜ ਸਭਾ, ਜਿਹੜਾ ਵਿਧਾਨ ਸਭਾ ਦੇ ਅੰਦਰ ਪਾਸ ਕੀਤਾ ਪ੍ਰਸਤਾਵ ਇਹਨਾਂ ਖੇਤੀ ਸੁਧਾਰ ਆਰਡੀਨੈਂਸਾਂ ਨੂੰ ਰੱਦ ਕਰਨ ਲਈ ਉਹਦੀ ਕਾਪੀ ਲੋਕ ਸਭਾ ਤੇ ਰਾਜ ਸਭਾ ਨੂੰ ਭੇਜੀ ਜਾਣੀ ਹੈ। ਕਾਪੀ ਭੇਜਣ ਨਾਲ ਕੁਝ ਨਹੀਂ ਬਣਨਾ। ਜਿਹੜਾ ਕੱਲ ਤੋਂ ਸੰਘਰਸ਼ 11 ਕਿਸਾਨ ਖੇਤ ਮਜ਼ਦੂਰ ਜਥੇਬੰਦੀਆਂ ਜਿਨ੍ਹਾਂ ਦੇ ਮੇਰੇ ਕੋਲੇ ਨਾਮ ਲਿਖੇ ਆ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਐਂਡ BKU ਕ੍ਰਾਂਤੀਕਾਰੀ ਸੰਘਰਸ਼ ਕਮੇਟੀ, ਸਤਨਾਮ ਪੰਨੂ ਜੀ ਵਾਲੇ ਜਿਹੜੀ ਹੈਗੀ ਆ, ਇਹ 11 ਜਥੇਬੰਦੀਆਂ ਨੇ ਰਸਤਾ ਰੋਕਣ ਦਾ ਪ੍ਰੋਗਰਾਮ, ਕਿਸੇ ਨੇ DC ਦਫ਼ਤਰ ਘੇਰਨ ਦਾ ਪ੍ਰੋਗਰਾਮ ਬਣਾਇਆ। ਸੋ ਮੈਂ ਇਹਨਾਂ ਸਾਰੀਆਂ ਕਿਸਾਨ ਜਥੇਬੰਦੀਆਂ ਦਾ ਰਿਣੀ ਆ, ਕਿਉਂਕਿ ਜੇ ਪੰਜਾਬ ਜਿਹੜਾ ਖੇਤੀ ਪ੍ਰਧਾਨ ਸੂਬਾ, ਜੇ ਇੱਥੋਂ ਦਾ ਕਿਸਾਨ ਬਚ ਗਿਆ ਤੇ ਸਾਡਾ ਸੂਬਾ ਬਚੇਗਾ। ਜੇ ਕਿਸਾਨ ਨਾ ਬਚਿਆ, ਖੇਤ ਮਜ਼ਦੂਰ ਨਾ ਬਚਿਆ ਤੇ ਸਮਝ ਲਓ ਸਾਡੇ ਸੂਬੇ ਦੀ ਆਰਥਿਕਤਾ ਖਤਮ ਹੋ ਜਾਣੀ ਹੈ। ਸਿਮਰਜੀਤ ਬੈਂਸ ਵੱਲੋਂ ਬਾਦਲ ਪਰਿਵਾਰ ਤੇ ਵੀ ਜੰਮ ਕੇ ਨਿਸ਼ਾਨੇ ਸਾਧੇ ਗਏ। ਉਹਨਾਂ ਇਲਜ਼ਾਮ ਲਾਇਆ ਕਿ ਬਾਦਲ ਪਰਿਵਾਰ ਖੇਤੀ ਆਰਡੀਨੈਂਸਾਂ ਦੀ ਅਸਲੀਅਤ ਤੋਂ ਬਹੁਤ ਚੰਗੀ ਤਰ੍ਹਾਂ ਜਾਣੂ ਹੈ। ਉਹਨਾਂ ਕਿਹਾ ਕਿ ਬਾਦਲ ਪਰਿਵਾਰ ਨੂੰ ਪਤਾ ਵੀ ਹੈ ਕਿ ਜੇਕਰ ਇਹ ਆਰਡੀਨੈਂਸ ਲਾਗੂ ਹੋ ਜਾਂਦੇ ਨੇ ਤਾਂ ਪੰਜਾਬ ਦੇ ਕਿਸਾਨ 5-6 ਸਾਲਾਂ 'ਚ ਬੇਜ਼ਮੀਨੇ ਹੋ ਜਾਣਗੇ। ਪਰ ਇਸ ਦੇ ਬਾਵਜੂਦ ਵੀ ਬਾਦਲ ਪਰਿਵਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਬੜਾ ਡੇਂਜਰਸ ਜਿਹੜਾ ਖੇਤੀ ਸੁਧਾਰ ਆਰਡੀਨੈਂਸ ਆ। ਬਾਦਲ ਬੇਸ਼ੱਕ ਗੁੰਮਰਾਹ ਕਰ ਰਹੇ ਆ ਲੋਕਾਂ ਨੂੰ, ਪਰ ਅਸਲੀਅਤ ਤੋਂ ਜਾਣੂ ਹੈਗੇ ਆ ਵੀ ਜੇ ਖੇਤੀ ਸੁਧਾਰ ਆਰਡੀਨੈਂਸ ਲਾਗੂ ਹੋ ਗਏ ਤੇ 5-7 ਸਾਲਾਂ ਦੇ ਵਿੱਚ ਪੰਜਾਬ ਦਾ ਕਿਸਾਨ ਬੇਜ਼ਮੀਨਾ ਹੋ ਜਾਣਾ। ਕਾਰਪੋਰੇਟ ਨੇ ਕੌਡੀਆਂ ਦੇ ਭਾਅ ਤੇ ਜ਼ਮੀਨ ਖਰੀਦ ਲੈਣੀ ਆ ਪੰਜਾਬ ਦੀ। ਕਿਸਾਨ ਦੀ ਮਜਬੂਰੀ ਕੀ ਕਾਰਪੋਰੇਟ ਦੇ ਕੋਲੇ ਖੇਤੀ ਮਜ਼ਦੂਰ ਵਜੋਂ ਕੰਮ ਕਰਨਾ ਪੈਣਾ। ਸੋ ਮੈਂ ਇਹਨਾਂ ਕਿਸਾਨ ਜਥੇਬੰਦੀਆਂ ਦਾ ਰਿਣੀ ਆ ਜਿਨ੍ਹਾਂ ਨੇ ਕੱਲ ਦਾ ਇੱਕ ਬੜਾ ਤਕੜਾ ਪ੍ਰੋਗਰਾਮ ਲੀਕਿਆ, ਤੇ ਮੈਂ ਆਪਣੀ ਪਾਰਟੀ ਦੇ ਲੋਕ ਇਨਸਾਫ ਪਾਰਟੀ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਪਰਸਨਲੀ ਫੋਨ ਕਰਕੇ ਬੇਨਤੀ ਕੀਤੀ ਹੈ, ਜਿੱਥੇ ਜ਼ਰੂਰਤ ਪਵੇ ਜਾ ਕੇ ਸਪੋਰਟ ਕਰੋ, ਜਿੱਥੇ ਤੁਹਾਨੂੰ ਬੁਲਾਉਣ ਜਾਣਾ ਆਪਾਂ। ਸੋ ਮੈਂ ਇੱਕ ਤਾਂ ਸਾਰੇ ਜਿੰਨੇ ਸਾਡੇ ਕਿਸਾਨ ਲੀਡਰ ਹੈਗੇ ਆ, ਮੈਂ ਸਾਰਿਆਂ ਨੂੰ ਬੇਨਤੀ ਕਰੂੰਗਾ ਵੀ ਅਸੀਂ ਬਿਲਕੁਲ ਤੁਹਾਡੇ ਨਾਲ ਆ। ਤੁਸੀਂ ਇਹ ਨਾ ਸਮਝੋ ਵੀ ਅਸੀਂ ਕੋਈ ਰਾਜਨੀਤੀ ਕਰ ਰਹੇ ਹਾਂ ਦੋਸਤੋ। ਇਹਦੇ ਤੇ
ਲੋਕ ਇਨਸਾਫ ਪਾਰਟੀ ਸਿਮਰਜੀਤ ਸਿੰਘ ਬੈਂਸ ਕਦੇ ਇਸ ਮੁੱਦੇ ਦੇ ਉੱਤੇ ਰਾਜਨੀਤੀ ਨਹੀਂ, ਜਿਹੜਾ ਪੰਜਾਬ ਦੇ ਸੂਬੇ ਦੇ ਨਾਲ ਜੁੜਿਆ ਹੋਵੇ, ਰਾਜਨੀਤੀ ਕਰਨ ਵਾਸਤੇ ਹੋਰ ਬੜੇ ਮੁੱਦੇ ਪਏ ਆ। ਸੋ ਮੈਂ ਇਹ ਕਹੂੰਗਾ ਕਿ ਰਾਜਨੀਤੀ ਤੋਂ ਉੱਤੇ ਉੱਠਦੇ ਹੋਏ ਅਸੀਂ ਸਾਰੀਆਂ ਕਿਸਾਨ ਖੇਤ ਮਜ਼ਦੂਰ ਸੰਘਰਸ਼ ਕਮੇਟੀਆਂ ਦੀ ਸਪੋਰਟ ਕਰਾਂਗੇ। ਉਹ ਸਾਨੂੰ ਕਿਸੇ ਅੰਦੋਲਨ ਦੇ ਵਿੱਚ ਕੋਈ ਪ੍ਰਧਾਨ ਮੰਤਰੀ ਦਾ ਘਰਾਓ ਆ, ਕੋਈ ਲੋਕ ਸਭਾ ਦਾ ਘਰਾਓ ਆ, ਉਹ ਸਾਨੂੰ ਕਹਿਣਗੇ, ਅਸੀਂ ਉਹਨਾਂ ਦੇ ਪਿੱਛੇ ਲੱਗ ਕੇ, ਕਿਉਂਕਿ ਉਹ ਕਿਸਾਨ ਲੀਡਰਸ ਹੈਗੇ, ਅਸੀਂ ਪਿੱਛੇ ਲੱਗ ਕੇ ਇੱਕ ਪੰਜਾਬ ਹਤੈਸ਼ੀ ਹੋਣ ਦਾ ਸਬੂਤ ਦਿੰਦੇ ਹੋਏ ਜਿਹੜਾ ਵੀ ਕੇਂਦਰ ਸਰਕਾਰ ਕੋਈ ਜ਼ਬਰ ਤੇ ਜ਼ੁਲਮ ਦਾ ਕਹਾੜਾ ਚਲਾਏਗੀ, ਅਸੀਂ ਉਹ ਜ਼ਬਰ ਤੇ ਜ਼ੁਲਮ ਦਾ ਕਹਾੜਾ ਵੀ ਸਮਾਂਗੇ, ਪਰ ਕਿਸੇ ਵੀ ਕੀਮਤ ਦੇ ਉੱਤੇ ਖੇਤੀ ਸੁਧਾਰ ਆਰਡੀਨੈਂਸ ਦੋਸਤੋ ਲਾਗੂ ਨਹੀਂ ਹੋਣਾ ਚਾਹੀਦਾ। ਜੇ ਖੇਤੀ ਸੁਧਾਰ ਆਰਡੀਨੈਂਸ ਦੇਸ਼ ਦੇ ਅੰਦਰ ਲਾਗੂ ਹੋ ਗਏ ਤੇ ਦੇਸ਼ ਦਾ ਕਿਸਾਨ ਜਿਹੜਾ ਖੁਦਕੁਸ਼ੀਆਂ ਦੇ ਰਸਤੇ ਤੇ ਦੋਸਤੋ ਕਿਸਾਨੀ ਖਤਮ ਹੋ ਜਾਏਗੀ। ਦੱਸਦੀ ਕਿ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਆਰਡੀਨੈਂਸਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ ਇਨ੍ਹਾਂ ਆਰਡੀਨੈਂਸਾਂ ਨੂੰ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਫਿਲਹਾਲ ਹੁਣ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਬੂਰ ਕਦੋਂ ਤੱਕ ਪੈਂਦਾ ਹੈ ਜਾਂ ਫਿਰ ਕਿਸਾਨਾਂ ਦੇ ਵਿਰੋਧ ਕਰਨ ਤੋਂ ਬਾਅਦ ਵੀ ਮੋਦੀ ਸਰਕਾਰ ਵੱਲੋਂ ਇਹ ਆਰਡੀਨੈਂਸ ਲਾਗੂ ਕਰ ਦਿੱਤੇ ਜਾਂਦੇ ਨੇ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।